सब तो पहला गल करावांगे तुहाडी सब तो पहला स्वागत है जी तो डॉक्टर महिंदर सिंह गैल सरप्रस्त पंजाब और मैं तुहाडे मीडिया का सारिਆਂ ਦਾ स्वागत करता हाँ ਜਿਹੜੇ ਤੁਸੀਂ ਸਾਡੇ ਨਿਵਾਸ ਤੇ ਪਹੁੰਚੇ। सर गल करांगे जो तुहाडे पहला एक चल रहा सी ग्रुप दो बन गए ग्रुप किहड़े ग्रुप जनाब साडे ਇੱਕੋ ਹੀ ग्रुप ਸੀਗਾ ਇੱਕੋ ਹੀ ਜਥੇਬੰਦੀ ਸੀ ਪੰਜਾਬ ਦੀ ਜਿਹਦੇ 'ਚ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਸੀਗੇ ਸਾਡੇ ਮਾਨਯੋਗ ਸਤਿਕਾਰਯੋਗ ਡਾਕਟਰ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਦੇ ਵਿੱਚ। ਪਰ ਜਿਹੜਾ ਤੁਸੀਂ ਕਹਿੰਦੇ ਦੋ ਗਰੁੱਪ ਆ ਸਾਡੇ ਵੱਲੋਂ ਕੋਈ ਗਰੁੱਪ ਨਹੀਂ। ਜੇ ਦੂਜਿਆਂ ਨੇ ਉਹ ਗਰੁੱਪ ਕਹਿੰਦੇ ਆ ਤਾਂ ਮੈਂ ਕਹਿ ਨਹੀਂ ਸਕਦਾ ਪਰ ਸਾਡੇ ਵੱਲੋਂ ਕੋਈ ਗਰੁੱਪ ਨਹੀਂ। ਗੱਲ ਸੁਣਨ ਦੇ ਵਿੱਚ ਆਈ ਸੀ ਕਿ 5-4 ਦਿਨ ਪਹਿਲਾਂ ਸਮਾਲਸਰ ਦੇ ਵਿੱਚ ਇੱਕ ਇਕਾਈ ਬਣਾਈ ਗਈ ਹੈ ਤੇ ਉਹਦੇ ਨਾਲ ਹੀ ਇੱਕ ਇਕਾਈ ਅੱਜ ਸਮਾਲਸਰ ਦੀ ਦੂਸਰੀ ਇਕਾਈ ਬਣ ਗਈ। ਉਹ ਅਲੱਗ-ਅਲੱਗ ਗਰੁੱਪਾਂ ਦੀ ਬਣੀ ਹੈ, ਕੀ ਕਾਰਨ ਬਣਿਆ? ਨਹੀਂ ਇਕਾਈ ਜਿਹੜੀ ਸਮਾਲਸਰ ਦੀ ਬਣੀ ਆ ਇਹ ਤਾਂ ਬਿਲਕੁਲ ਗਲਤ ਆ। ਬਾਘਾ ਪੁਰਾਣਾ ਬਲਾਕ ਆ ਜੀ ਮੋਗੇ ਦੇ ਵਿੱਚ ਸਾਡੇ 5 ਬਲਾਕ ਆ ਜਿਸ ਤਰ੍ਹਾਂ ਨਿਹਾਲ ਸਿੰਘ ਵਾਲਾ ਬਾਘਾ ਪੁਰਾਣਾ ਧਰਮਕੋਟ ਮੋਗਾ ਸਿਟੀ 1 ਤੇ 2 ਇਸ ਤਰ੍ਹਾਂ ਇਹ 5 ਬਲਾਕ ਆ ਸਾਡੇ। ਪਹਿਲਾਂ ਨਿਹਾਲ ਸਿੰਘ ਵਾਲੇ ਦੇ ਵਿੱਚ ਚੱਲ ਰਹੀ ਆ ਜ਼ਿਲ੍ਹੇ ਦੀ ਚੋਣ ਸਾਰਾ ਪ੍ਰਕਿਰਿਆ ਹੈਗੀ। ਇਸੇ ਤਰ੍ਹਾਂ ਬਾਘੇ ਪੁਰਾਣੇ ਦੇ ਜਿਹੜੇ ਸਾਥੀ ਆ ਉਹ ਸਾਡੇ ਨਾਲ ਜੁੜੇ ਆ ਕਿਉਂਕਿ ਸਾਡੇ ਪਹਿਲਾਂ ਵੀ ਭਰਾ ਸੀ ਹੁਣ ਵੀ ਉਹ ਸਾਡੇ ਭਰਾ ਆ। ਇਹਦੇ ਵਿੱਚ ਕੀ ਕੰਮ ਹੈ ਜਿਹੜੇ ਤੁਸੀਂ ਕਰਨਾ ਚਾਹੁੰਦੇ ਹੋ, ਭਾਵੇਂ ਦੂਸਰਾ ਗਰੁੱਪ ਕਰੇ ਭਾਵੇਂ ਤੁਸੀਂ ਕਰੋ, ਕਿਹੜੇ ਕੰਮ ਹੈ ਤੁਹਾਡੇ ਅੱਗੇ ਮੇਨ ਆਉਂਦੇ ਰੱਖੇ ਜਿਹੜੇ ਕੰਮ? ਸਾਡੇ ਮੇਨ ਪਹਿਲਾਂ ਤੋਂ ਜੋ 1996 ਤੋਂ ਸਾਡੀ ਹੋਂਦ ਆਈ ਹੈ ਯੂਨੀਅਨ ਦੀ ਇਹੀ ਸੀ ਵੀ ਅਸੀਂ ਪਿੰਡਾਂ ਦੇ ਵਿੱਚ ਜੋ ਕਸਬਿਆਂ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ ਡਾਕਟਰ ਔਰ ਲੋਕਾਂ ਦੀ ਮਸੀਹਾਂ ਦੇ ਰਾਹ ਸੇਵਾ ਕਰਦੇ ਹਾਂ ਉਹਦੀ ਰਜਿਸਟ੍ਰੇਸ਼ਨ ਵਾਸਤੇ ਸਾਡੀ ਸਰਕਾਰ ਨਾਲ ਪਹਿਲਾਂ ਹੀ ਜਦੋਂ ਜਹਿਦ ਚੱਲ ਰਹੀ ਆ ਸਾਡੀ ਮੰਗ ਵੀ ਆ। ਪਹਿਲਾਂ ਜਿਹੜੀ ਸਰਕਾਰ ਅਕਾਲੀ ਸਰਕਾਰ ਹੋਵੇ ਕਾਂਗਰਸ ਸਰਕਾਰ ਹੋਵੇ ਇਹਨਾਂ ਨੇ ਸਾਨੂੰ ਇਹੀ ਲਾਰੇ ਲਾਉਂਦੇ ਰਹੇ ਵੀ ਅਸੀਂ ਤੁਹਾਡੇ ਜਦੋਂ ਸਾਡੀ ਸਰਕਾਰ ਬਣ ਗਈ ਤੁਹਾਡੀ ਪਹਿਲ ਦੇ ਆਧਾਰ 'ਤੇ ਰਜਿਸਟ੍ਰੇਸ਼ਨ ਕਰਾਂਗੇ ਪਰ ਨਹੀਂ ਕੀਤੀ। ਸਾਡਾ ਹੁਣ ਵੀ ਇਹਨਾਂ ਦੇ ਨਾਲ ਇਹੀ ਜਦੋਂ ਜ਼ਿਆਦਾ ਇਹੀ ਮੰਗ ਆ। ਜਿਹੜੇ ਰਜਿਸਟ੍ਰੇਸ਼ਨ 295 ਵਾਲੀ ਰਜਿਸਟ੍ਰੇਸ਼ਨ ਹੈ ਉਹਦਾ ਕੀ ਹੈ? ਜਿਹੜੀ 295 ਦੀ ਰਜਿਸਟ੍ਰੇਸ਼ਨ ਆ ਜੀ ਇਹ 1996-97 ਦੇ ਵਿੱਚ ਹੋਂਦ 'ਚ ਆਈ ਜਦੋਂ ਅਸੀਂ ਰਜਿਸਟ੍ਰੇਸ਼ਨ ਕਰਵਾਈ ਜਥੇਬੰਦੀ ਨੇ। ਹੁਣ ਵੀ ਇਹਦਾ ਜਿਹੜਾ ਰਜਿਸਟ੍ਰੇਸ਼ਨ ਆ ਸਰਟੀਫਿਕੇਟ ਸਾਡੇ ਕੋਲੇ ਆ। ਮਤਲਬ ਦੂਜਾ ਗਰੁੱਪ ਕਹਿੰਦਾ ਸਾਡੇ ਕੋਲੇ ਆਪਾਂ ਨਹੀਂ ਅਸੀਂ ਅਸਲੀ ਸਰਟੀਫਿਕੇਟ ਅੱਜ ਤੋਂ ਪਹਿਲਾਂ ਇਹਨਾਂ ਦੇ ਸਾਰੇ ਸਾਥੀਆਂ ਨੂੰ ਬਠਿੰਡੇ ਮਹਿਲ ਕਲਾਂ ਫਰੀਦਕੋਟ ਜਿੱਥੇ ਵੀ ਕਹਿੰਦੇ ਹੁਣ ਨਵਾਂ ਸ਼ਹਿਰ ਸੀ ਉੱਥੇ ਵੀ ਦਿਖਾਏ ਆ ਕਿ ਇਹਨਾਂ ਨੇ ਤਾਂ ਇੱਕ ਮੈਂ ਇਹ ਕਹਿੰਦਾ ਨਹੀਂ ਵੀ ਇਹਨਾਂ ਨੇ ਪੈਸੇ ਦੇ ਕੇ ਬਣਵਾਏ ਆ ਜਾਂ ਕਿਵੇਂ ਬਣਾਇਆ। ਇਹ ਤਾਂ ਇੱਕ ਨਿਊ ਕਰਵਾਇਆ ਉਹ ਨਿਊ ਵੀ ਇਹਨਾਂ ਦੇ ਕੋਲੇ ਸਹੀ ਨਹੀਂ। ਅੱਜ ਮੈਨੂੰ ਪਤਾ ਲੱਗਾ ਵੀ ਇਹਨਾਂ ਦੀ ਜਿਹੜਾ ਰਜਿਸਟ੍ਰੇਸ਼ਨ ਨੰਬਰ 249 ਲਿਖਿਆ ਹੋਇਆ ਸੀ ਹਾਲਾਂਕਿ 295 ਆ। ਕੱਲਾ ਹੀ 49 ਸੀਗਾ। ਦੇਖੋ ਜੇ ਇਹ ਸਹੀ ਹੋਣ ਤੇ ਕੱਲਾ 49 ਕਿਉਂ ਲਿਖਣ ਇਹਨਾਂ ਨੂੰ? ਮੈਂ ਇੱਥੇ ਕਲੀਅਰ ਕਰ ਦਿਆਂ ਜੋ 49 ਡਾਕਟਰ ਸਾਹਿਬ ਨੇ ਬੋਲਿਆ ਹੈ ਸ਼ਾਇਦ ਇਹਨਾਂ ਨੇ ਫੇਸਬੁੱਕ ਤੇ ਦੇਖਿਆ ਹੋਵੇਗਾ ਪਰ ਅਸੀਂ ਉੱਥੇ ਮੌਜੂਦ ਸੀ। 49 ਲਿਖਣ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਸੀ ਪਰ ਉਹਨਾਂ ਨੇ ਕਲੀਅਰ ਕੀਤਾ ਕਿ ਜਿਹੜਾ ਭੁਲੇਖੇ ਨਾਲ ਸਾਥੋਂ ਲਿਖਿਆ ਗਿਆ। ਹਾਂਜੀ ਸਰ ਕੋਈ ਐਸੇ ਉਹ ਬੰਦੇ ਹੈ ਨਹੀਂ ਜਿਹੜੇ ਅੱਜ ਜਥੇਬੰਦੀ 'ਚ ਆਏ ਆ ਭੁਲੇਖੇ ਨਾਲ ਨਹੀਂ। ਉਹਨਾਂ ਦੇ ਪੱਲੇ ਹੀ ਕੁਛ ਨਹੀਂ। ਉਹ ਤਾਂ ਐਵੇਂ ਹੀ ਭੱਜ ਦੌੜ ਕਰ ਰਹੇ ਆ ਅੱਗਾਂ 'ਚ ਡਾਂਗਾ ਮਾਰ ਰਹੇ ਆ ਕਿਉਂਕਿ ਸਾਡੇ ਨਾਲ 23 ਜ਼ਿਲ੍ਹੇ ਆ ਤੇ 23 ਜ਼ਿਲ੍ਹਿਆਂ ਦੇ ਜੋ 20 ਜ਼ਿਲ੍ਹੇ ਸਾਡੇ ਨਾਲ ਆ ਇਸ ਟਾਈਮ। ਕਿਉਂਕਿ ਮੈਂ ਸੁਬਾਹ ਵੀ ਬੇਨਤੀ ਕਰੀ ਸੀ ਦੱਸਿਆ ਸੀ ਜਿਸ ਤਰ੍ਹਾਂ ਮੈਂ ਗਿਣਤੀ ਕਰਨ ਲੱਗ ਜਾਵਾਂ ਮੋਗੇ ਤੋਂ ਬਰਨਾਲਾ ਪਟਿਆਲਾ ਫਰੀਦਕੋਟ ਮੁਕਤਸਰ ਤੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਸਾਰੇ ਜ਼ਿਲ੍ਹੇ ਸਾਡੇ ਨਾਲ ਆ। ਇਹਨਾਂ ਦਾ ਸਿਰਫ ਕੀ ਆ ਆਟੇ 'ਚ ਨੂਣ ਵਾਲੀ ਗੱਲ ਆ। ਆਟੇ 'ਚ ਨੂਣ ਵਾਲੀ ਗੱਲ ਵੱਡੀ ਗੱਲ ਹੈ। ਡਾਕਟਰੀ ਜਿਹੜੀ ਲਾਈਨ ਹੈ ਬਹੁਤ ਹੀ ਸਿਆਣਪ ਵਾਲੀ ਲਾਈਨ ਹੈ, ਚੰਗੇ ਪੜ੍ਹੇ ਲਿਖਿਆਂ ਵਾਲੀ ਲਾਈਨ ਹੈ। ਕੀ ਤੁਹਾਨੂੰ ਐ ਨਹੀਂ ਲੱਗਦਾ ਜਿਹੜੇ ਆਪਸ ਦੇ ਵਿੱਚ ਤੁਹਾਡਾ ਜਿਹੜਾ ਵਿਰੋਧ ਹੈ ਉਹ ਵੱਧਦਾ ਜਾ ਰਿਹਾ ਕੀ ਮਰੀਜ਼ਾਂ ਤੇ ਜਾਂ ਲੋਕਾਂ ਤੇ ਇਹ ਗੱਲ ਦਾ ਪ੍ਰਭਾਵ ਪਊਗਾ? ਸਾਡਾ ਜਿਹੜਾ ਵਿਰੋਧ ਆ ਕੋਈ ਨਹੀਂ ਚੱਲ ਰਿਹਾ ਜੀ। ਕਿਉਂ ਨਹੀਂ ਵੱਧ ਰਿਹਾ? ਕਿਉਂਕਿ ਅਸੀਂ ਅੱਜ ਤੋਂ ਕੁਝ ਸਾਲ ਪਹਿਲਾਂ ਫਗਵਾੜੇ ਕਮਿਸ਼ਨ ਨੂੰ ਸੱਦਿਆ ਸੀਗਾ। ਉਹਦੇ ਵਿੱਚ ਵੀ ਧੰਨਾ ਮੱਲ ਗੋਇਲ ਗਰੁੱਪ ਹੁਣ ਮੈਂ ਗਰੁੱਪ ਤਾਂ ਕਹਿੰਦਾ ਤੁਸੀਂ ਗਰੁੱਪ ਕਿਹਾ ਸੀ ਵੀ ਇਹ ਸਾਡੇ ਕੋਲੇ ਨਹੀਂ ਪਹੁੰਚੇ। ਸਾਰੇ ਜਥੇਬੰਦੀਆਂ ਵੈਦ ਮੰਡਲ ਪਹੁੰਚ ਗਿਆ ਉਪ ਵੈਦ ਪਹੁੰਚ ਗਿਆ ਦੂਜੀਆਂ ਜਥੇਬੰਦੀਆਂ ਪਹੁੰਚ ਗਈਆਂ। ਫਗਵਾੜੇ ਬਹੁਤ ਤਗੜੀ ਵੱਡੀ ਮੀਟਿੰਗ ਹੋਈ ਤਾਂ ਉਹਦੇ ਵਿੱਚ ਇਹ ਨਹੀਂ ਸ਼ਾਮਲ ਹੋਏ। ਕਿਉਂ?
ਕਿਉਂ ਕੀਤੀ ਉਹ ਮੀਟਿੰਗ? ਉਹ ਕਰਨੀ ਪਈ ਸਾਨੂੰ, ਸਾਡੇ ਮਾਨਯੋਗ ਸਤਿਕਾਰਯੋਗ ਬ੍ਰਹਮਿੰਦਰਾ ਜੀ ਸਿਹਤ ਮੰਤਰੀ ਸੀ, ਉਹ ਕਹਿੰਦੇ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਆਓ, ਤੁਹਾਡੀ ਅਸੀਂ ਗੱਲ ਸੁਣਾਂਗੇ। ਅਸੀਂ ਆਖਿਆ ਵੀ ਅਸੀਂ ਤਾਂ ਸਾਰੇ ਇਕੱਠੇ ਆ। ਜਦੋਂ ਉਹਨਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਵੀ ਇਹ ਅਲੱਗ ਐਵੇਂ ਡਾਂਗਾਂ ਮਾਰਦੇ ਫਿਰਦੇ ਆ, ਤੇ ਇਹਨਾਂ ਨੂੰ ਅਸੀਂ ਬੇਨਤੀ ਕਰੀ ਵੀ ਤੁਸੀਂ ਆਓ, ਪਰ ਇਹਨਾਂ ਦਾ ਕੋਈ ਵੀ ਉੱਥੇ ਸਾਥੀ ਨਹੀਂ ਪਹੁੰਚਿਆ। ਅਸੀਂ ਇਹਨਾਂ ਨੂੰ ਬੇਨਤੀ ਵੀ ਕਰੀ, ਲੈਟਰ ਵੀ ਪਾਇਆ, ਪਰ ਨਹੀਂ ਪਹੁੰਚਿਆ। ਇਸ ਕਰਕੇ ਅਸੀਂ ਕਹਿੰਦੇ ਆ ਲੋਕਾਂ ਦਾ ਨਹੀਂ ਇਹ 'ਚ ਨੁਕਸਾਨ ਹੋ ਰਿਹਾ, ਇਹ ਜਥੇਬੰਦੀ ਦਾ ਨੁਕਸਾਨ ਹੋ ਰਿਹਾ। ਕਰਾ ਕੌਣ ਰਹੇ ਆ? ਇਹ ਕਰਾ ਰਹੇ ਆ। ਕਿਵੇਂ ਸਮਝਦੇ ਆ, ਕੀ ਇਹਨਾਂ ਨੂੰ ਘਾਟ ਲੱਗਦੀ ਹੋਵੇਗੀ ਜਿਹੜਾ ਗਰੁੱਪ ਹੈ ਨਹੀਂ ਤੁਹਾਡੇ ਕੋਲ ਹੈ? ਦੇਖੋ, ਜੇ ਘਾਟ ਹੁੰਦੀ, ਅਸੀਂ ਸਾਡੇ ਮਾਨਯੋਗ ਸਤਿਕਾਰਯੋਗ ਰਮੇਸ਼ ਕੁਮਾਰ ਬਾਲੀ ਨੇ ਇਹਨਾਂ ਨੂੰ ਬਹੁਤ ਵਾਰੀ ਕਿਹਾ, ਆਓ ਬੈਠੋ ਸਾਡੇ ਸਾਹਮਣੇ ਹੋ ਕੇ ਗੱਲ ਕਰੋ, ਪਰ ਜਦੋਂ ਇਹਨਾਂ ਨੂੰ ਕਹਿੰਦੇ ਆ ਬੈਠੋ, ਤੇ ਬੈਠਣ ਦੀ ਬਜਾਏ ਨੱਠ ਤੁਰਦੇ ਆ, ਭੱਜ ਤੁਰਦੇ ਆ, ਪਰ ਸਾਡੇ ਸਾਹਮਣੇ ਆ ਕੇ ਗੱਲ ਹੀ ਨਹੀਂ ਕਰਦੇ। ਹੁਣ ਵੀ ਬਾਲੀ ਸਾਹਿਬ ਨਾਲ ਮੈਂ ਤੁਹਾਡੀ ਅੱਜ ਵੀ ਗੱਲ ਕਰਵਾ ਸਕਦਾ, ਉਹ ਕਹਿੰਦੇ ਜਦੋਂ ਮਰਜ਼ੀ ਸਾਨੂੰ ਸੱਦਣ, ਅਸੀਂ ਆਉਂਦੇ ਆ, ਇਹ ਆ ਜਾਣ ਗੱਲ ਕਰਨ। ਜੇ ਇਹਨਾਂ 'ਚ ਘਾਟ ਹੋਈ ਤਾਂ ਅਸੀਂ ਇਹਨਾਂ ਨੂੰ ਦੱਸਾਂਗੇ, ਸਾਡੀ ਘਾਟ ਹੀ ਦੱਸਣ, ਪਰ ਇਹਨਾਂ ਨੂੰ ਕੋਈ ਘਾਟ ਸਾਡੇ 'ਚ ਮਹਿਸੂਸ ਹੋਈ ਹੀ ਨਹੀਂ ਅੱਜ ਤੱਕ ਇਹਨਾਂ ਕੋਲੇ। ਮੈਂ ਵੈਸੇ ਚੈਨਲ 'ਚ ਕਹਿਣਾ ਨਹੀਂ ਸੀ ਚਾਹੁੰਦਾ, ਹੁਣ ਮੈਂ ਕਹਾਂਗਾ ਕਿਉਂਕਿ ਮੈਂ ਸਰਪ੍ਰਸਤ ਹੋਣ ਦੇ ਨਾਤੇ ਪੰਜਾਬ ਦਾ। ਅਸੀਂ ਜਦੋਂ 15 ਦੇ ਵਿੱਚ ਚੋਣ ਕਰੀ, ਇਹਨਾਂ ਕੋਲੇ 7 ਲੱਖ ਰੁਪਈਆ ਸੀਗਾ, 7 ਲੱਖ ਰੁਪਈਆ। ਭਰਾ ਜੇ 2 ਸੀ ਤਾਂ ਅਲੱਗ ਹੋ ਗਏ ਤਾਂ 3.5 ਲੱਖ ਆਉਣਾ ਸੀਗਾ, ਪਰ ਇਹਨਾਂ ਨੇ ਉਹ 7 ਲੱਖ ਵੀ ਖਤਮ ਕਰਤਾ, ਹੋਰ ਵੀ ਲੋਕਾਂ ਤੋਂ ਪੈਸੇ ਲੈ ਕੇ ਖਤਮ ਕਰ ਦਿੱਤੇ। ਡਾਕਟਰ ਸਾਹਿਬ ਸੌਰੀ, ਮੈਂ ਤੁਹਾਡੀ ਗੱਲ ਟੋਕੂੰਗਾ। ਜੇ ਅਸੀਂ ਪਿਛਲੇ ਸਮੇਂ ਤੋਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਕੰਜਰ ਕੇਸ ਤਾਂ ਪਾਰਟੀਆਂ ਨੇ ਬਹੁਤ ਪਾਇਆ ਹੋਇਆ, ਸਾਰੀਆਂ ਪਾਰਟੀਆਂ ਦਾ ਡਿਸਪਿਊਟ ਚੱਲ ਰਿਹਾ, ਸਾਡਾ ਪੰਜਾਬ ਅੱਗੇ ਨਹੀਂ ਵਧ ਰਿਹਾ। ਜਿਹੜੀ ਤੁਹਾਡੀ ਡਾਕਟਰੀ ਪੇਸ਼ੇ ਦੀ ਲੈਣਾ, ਤੁਹਾਨੂੰ ਮਰੀਜ਼ਾਂ ਦਾ ਦੂਸਰਾ ਰੂਪ ਗਿਣਿਆ ਜਾਂਦਾ। ਜੇ ਤੁਹਾਡੇ ਇਹ ਗਰੁੱਪ ਦੇ ਵਿੱਚ ਇਸ ਤਰ੍ਹਾਂ ਡਿਸਪਿਊਟ ਬਣਿਆ ਰਹੇਗਾ ਤੇ ਤੁਸੀਂ ਮਰੀਜ਼ਾਂ ਦਾ ਇਲਾਜ ਕਿਵੇਂ ਕਰੋਗੇ? ਸਰ, ਅਸੀਂ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਵੀ ਪਾਰਟੀਆਂ ਵੱਖਰੀਆਂ ਦੀਆਂ, ਅਸੀਂ ਸਾਡਾ ਮਰੀਜ਼ਾਂ ਨਾਲ 9 ਮਾਸ ਦਾ ਰਸਤਾ ਹੈ। 9 ਮਾਸ ਦਾ ਰਿਸ਼ਤਾ ਹੋਣ ਦੇ ਨਾਤੇ ਅਸੀਂ ਮਰੀਜ਼ਾਂ ਨਾਲ ਵਧੀਆ ਚੱਲਦੇ ਹਾਂ, ਵਧੀਆ ਵਿਚਰਦੇ ਹਾਂ, ਔਰ ਜਿਹੜੇ ਮਰੀਜ਼ ਆ ਉਹ ਸਾਡਾ ਪੂਰਨ ਸਹਿਯੋਗ ਦਿੰਦੇ। ਹਰ ਇੱਕ ਸਰਪੰਚ ਪਿੰਡ ਦੇ ਵਿੱਚ ਸਾਨੂੰ ਲਿਖ ਕੇ ਦਿੱਤਾ ਵੀ ਜਿਹੜੇ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਆ, ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਆ। ਗੱਲ ਚੱਲ ਰਹੀ ਸੀ ਕਿ ਜਿਹੜਾ 2 ਗਰੁੱਪਾਂ ਦਾ ਵਿਵਾਦ ਹੈ, ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਮੈਂ ਕਹਿੰਦਾ ਜੀ ਬਿਲਕੁਲ ਨਹੀਂ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ। ਕੀ ਤੁਸੀਂ ਉਹਨਾਂ ਨਾਲ ਜਾਂ ਉਹਨਾਂ ਨੇ ਤੁਹਾਡੇ ਨਾਲ ਕਦੇ ਮੇਲ ਜੋਲ ਕਰਨ ਦਾ ਕੀਤਾ ਕੋਈ ਵਾਸਤਾ? ਸਰ, ਇਹਦੇ 'ਚ ਅਸੀਂ ਕੀ ਕੀਤਾ ਸੀ, 3 ਮੈਂਬਰ ਇੱਕ ਪਾਸਿਓਂ ਲਏ ਸੀਗੇ, 3 ਮੈਂਬਰ ਇੱਕ ਪਾਸਿਓਂ ਲਏ ਸੀਗੇ, ਜਿਹਦੇ 'ਚ ਅਸੀਂ ਸਾਡੇ ਜਗਦੀਪ ਸਿੰਘ ਚਾਹਲ, ਦੀਦਾਰ ਸਿੰਘ ਤੇ ਔਰਮਿੰਦਰ ਸਿੰਘ, ਤੇ ਦੂਜੇ ਪਾਸਿਓਂ ਸੀ ਬਲਕਾਰ ਸਿੰਘ, ਜਸਵਿੰਦਰ ਕਾਲਖ, ਤੇ ਨਾਲ ਸੀ ਉਹਨਾਂ ਦੇ ਬਲਕਾਰ ਸਿੰਘ। ਅਲੱਗ-ਅਲੱਗ ਜ਼ਿਲ੍ਹਿਆਂ 'ਚੋਂ ਅਸੀਂ ਤਕਰੀਬਨ 10 ਤੋਂ 15 ਮੀਟਿੰਗਾਂ ਕਰਕੇ ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪੂਰੀ। ਪਰ ਜਦੋਂ ਕੁਲਵੰਤ ਰਾਏ ਜੀ ਨੂੰ ਇਹ ਗੱਲ ਕਹਿੰਦੇ ਉਹਨਾਂ ਨੂੰ ਰੋਟੀ ਨਹੀਂ ਹਜਮ ਆਉਂਦੀ, ਪਤਾ ਨਹੀਂ ਕੀ ਗੱਲ ਆ, ਉਦੋਂ ਹੀ ਜਦੋਂ ਨੇੜੇ ਗੱਲ ਪਹੁੰਚਦੀ ਆ, ਇੱਥੋਂ ਦੀ ਬਾਲੀ ਸਾਹਿਬ ਨੇ ਕਹਿਤਾ ਸੀ ਵੀ ਮੈਂ ਕੋਈ ਅਹੁਦਾ ਨਹੀਂ ਲੈਂਦਾ, ਕੋਈ ਮੈਂ ਮੈਂਬਰ ਨਹੀਂ ਬਣਦਾ, ਤੁਸੀਂ ਇੱਕ ਹੋ ਜਾਓ। ਨਹੀਂ ਕਰਦੇ, ਉਹ ਫੇਰ ਆਊ ਵਿੱਚ, ਉਹਦਾ ਡਰਦੇ ਆ, ਜਿਵੇਂ ਨਾ ਮਤਲਬ ਸ਼ੇਰ ਸੁੱਤਾ ਪਿਆ ਹੋਵੇ ਤੇ ਉਹਨੂੰ ਇਹਦੇ ਕਦੋਂ ਝਪਟ ਮਾਰੂ, ਉਹ ਤਾਂ ਇਹ ਡਰਦੇ ਆ ਤਾਂ ਨਹੀਂ ਆਉਂਦੇ। ਪਰ ਕੋਸ਼ਿਸ਼ ਅਸੀਂ ਸਾਰਿਆਂ ਨੇ ਬਹੁਤ ਕੀਤੀ ਆ ਜੀ। ਜਾਨੀ ਦੋਨਾਂ ਨੂੰ ਇੱਕ ਹੋਣਾ ਚਾਹੀਦਾ। ਇੱਕ ਹੋਣਾ ਚਾਹੀਦਾ ਜੀ, ਮੈਂ ਕਹਿੰਦਾ ਇੱਕ ਹੋਣਾ ਚਾਹੀਦਾ ਜੀ। ਗੱਲ ਕਰਾਂਗੇ, ਡਾਕਟਰ ਸਾਹਿਬ ਨੇ ਵੱਡੀ ਗੱਲ ਕਹੀ ਹੈ, 2 ਜਿਵੇਂ ਪਾਰਟੀ ਦਾ ਰੂਪ ਧਾਰਨ ਕਰ ਚੁੱਕੀਆਂ ਨੇ, ਕਈ ਦੋਸ਼ ਇਹਨਾਂ ਤੇ ਲਾਏ ਜਾਂਦੇ, ਕਈ ਇਹ ਲਾ ਰਹੇ ਨੇ, ਪਰ ਇੱਕ ਹੋਣਾ ਚਾਹੀਦਾ ਕਿਉਂਕਿ ਇਹ ਜਿਹੜਾ ਪੇਸ਼ਾ ਹੈ ਇਹ ਬਹੁਤ ਹੀ ਪਵਿੱਤਰ ਰਸਤੇ ਵਾਲਾ ਜਿਹੜਾ ਪੇਸ਼ਾ ਹੈ। ਦੂਜਾ ਰੂਪ ਡਾਕਟਰਾਂ ਨੂੰ ਰੱਬ ਦਾ ਮੰਨਿਆ ਜਾਂਦਾ ਹੈ, ਤੇ ਰੱਬ ਦੇ ਵਿੱਚ ਹੀ ਆਪਾਂ ਕਹਿ ਲਈਏ ਆਪਸ ਦੇ ਵਿੱਚ ਪਾਟੋ ਧਾੜ ਹੋ ਜਾਵੇ ਤੇ ਆਮ ਲੋਕਾਂ ਵਾਸਤੇ ਬੜੀ ਜਿਹੜੀ ਮਾੜੀ ਕਹਾਣੀ ਹੈ ਉਹ ਵਾਪਰ ਸਕਦੀ। ਜਿਹੜਾ ਬਾਲੀ ਗਰੁੱਪ ਹੈ ਉਹ ਆਪਦੀ ਜਿਹੜੀ ਪਹਿਚਾਣ ਹੈ ਉਹ ਦੱਸੇ ਕਿ ਉਹ ਲੁਕਾਈ ਦੇ ਭਲੇ ਵਾਸਤੇ ਕਿਹੜੇ ਕਰਮ ਕਰਦੇ ਆ ਜਾਂ ਅੱਗੇ ਕੀ ਕਰਦੇ ਰਹਿਣਗੇ। ਸਰ, ਅਸੀਂ ਜਿਹੜੇ ਗਰੁੱਪ ਨਹੀਂ ਕਹਿ ਰਿਹਾ, ਮੈਂ ਫਿਰ ਉਹੀ ਕਹਿ ਰਿਹਾ, ਸਾਰੇ ਮਿਲ ਕੇ ਸਾਰੇ ਪੰਜਾਬ ਦੇ ਵਿੱਚ ਅਸੀਂ ਜੋ ਪਹਿਲਾਂ ਹੜ੍ਹ ਆਏ ਸੀਗੇ ਉਹਨਾਂ ਦੇ ਵਿੱਚ ਜਿੰਨੇ ਵੀ ਕੈਂਪ ਲਾਏ ਆ, ਵੱਧ ਚੜ੍ਹ ਕੇ ਕੈਂਪ ਲਾਏ, ਲੋਕਾਂ ਦੀ ਮਦਦ ਕੀਤੀ ਆ। ਤੇ ਦੂਜੇ ਨੰਬਰ ਤੇ ਪਿੱਛੇ ਜੇ ਕਰੋਨਾ ਚੱਲਿਆ, ਕਰੋਨਾ ਦੇ ਵਿੱਚ ਵੀ ਅਸੀਂ ਸੈਨੀਟਾਈਜ਼ਰ, ਮਾਸਕ ਸਾਰੇ ਵੰਡੇ ਆ, ਔਰ ਅਸੀਂ ਇੱਥੋਂ ਤੱਕ ਵੀ ਕਿਹਾ ਜਿਨ੍ਹਾਂ ਦੇ ਕੋਲੇ ਕੋਈ ਵੀ ਪੈਸਾ ਹੈ ਨਹੀਂ, ਫ੍ਰੀ ਮੈਡੀਸਨ ਦਿੰਦੇ ਆ ਔਰ ਦਿੰਦੇ ਰਵਾਂਗੇ। ਔਰ ਅਸੀਂ ਕਿਸਾਨ ਮੋਰਚੇ ਦੇ ਵਿੱਚ ਵੀ ਗਏ, ਦਿੱਲੀ ਵੀ ਗਏ ਆ, ਇੱਥੇ ਵੀ ਸਾਡੇ ਜਿਹੜੇ ਚੱਲ ਰਹੇ ਆ ਉਹਦੇ ਵਿੱਚ ਵੀ ਅਸੀਂ ਫ੍ਰੀ ਕੈਂਪ ਲਾਏ ਆ, ਦਵਾਈਆਂ ਦਿੰਦੇ ਆ ਔਰ ਦਿੰਦੇ ਰਵਾਂਗੇ।